प्यारे विद्यार्थियों, मेरे वालों सारिਆਂ ਨੂੰ प्यार भरी सत श्री अकाल। विद्यार्थियों, मैं तुहाडा पंजाबी अध्यापक कुलविंदर सिंह, सरकारी सीनियर सैकेंडरी स्कूल ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, पंजाब। विद्यार्थियों, ਅੱਜ ਆਪਾਂ ਤੁਹਾਡੀ ਵਿਆਕਰਨ ਦਾ ਬੜਾ ਹੀ ਮਹੱਤਵਪੂਰਨ ਭਾਗ ਪੜ੍ਹਨ ਜਾ ਰਹੇ ਹਾਂ ਤੇ ਉਸ ਭਾਗ ਦਾ ਨਾਮ ਹੈ ਲੇਖ ਰਚਨਾ। ਤੁਹਾਡੇ ਸਿਲੇਬਸ ਵਿੱਚ ਕੁਝ ਕੁ ਲੇਖ ਦਿੱਤੇ ਹੁੰਦੇ ਆ ਤੇ ਉਹਨਾਂ ਵਿੱਚੋਂ 3 ਜਾਂ 4 ਲੇਖ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ, ਤੁਹਾਡੇ ਪ੍ਰਸ਼ਨ ਪੱਤਰ ਦੇ ਵਿੱਚ ਵਿਦਿਆਰਥੀਓ ਆਉਂਦੇ ਆ ਕਿ ਤੁਸੀਂ ਕਿਸ ਇੱਕ ਵਿਸ਼ੇ ਤੇ ਲੇਖ ਲਿਖਣਾ ਹੁੰਦਾ। ਜਦੋਂ ਤੁਸੀਂ ਛੋਟੀਆਂ ਕਲਾਸਾਂ 'ਚ ਹੁੰਦੇ ਸੀ ਉਦੋਂ ਤੁਸੀਂ ਲੇਖ ਇੱਕ ਛੋਟੇ ਜਿਹੇ ਪੈਰੇ ਦੇ ਰੂਪ ਵਿੱਚ ਲਿਖਦੇ ਸੀ, ਪਰ ਹੁਣ ਤੁਸੀਂ ਮਿਡਲ ਵਿਭਾਗ ਦੇ ਵਿਦਿਆਰਥੀ ਬਣ ਚੁੱਕੇ ਹੋ ਤਾਂ ਤੁਹਾਡੀ ਉਮਰ ਵੀ ਵੱਧ ਰਹੀ ਹੈ, ਤੁਹਾਡੀਆਂ ਕਲਾਸਾਂ ਵੀ ਵੱਡੀਆਂ ਹੋ ਰਹੀਆਂ, ਤਾਂ ਤੁਹਾਡੇ ਸਿਲੇਬਸ ਦੀ ਇਹ ਮੰਗ ਹੁੰਦੀ ਹੈ ਕਿ ਤੁਸੀਂ ਆਪਣੇ ਲੇਖਾਂ ਨੂੰ ਥੋੜ੍ਹਾ ਜਿਹਾ ਵੱਡਾ ਕਰਕੇ ਲਿਖੋ ਅਤੇ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਲਿਖੋ, ਕਿਉਂਕਿ ਹੁਣ ਤੱਕ ਤੁਸੀਂ ਸਿਰਫ ਭਾਸ਼ਾ ਦੀ ਹੀ ਜਾਣਕਾਰੀ ਲਈ ਹੈ। ਹੁਣ ਤੱਕ ਜਿਹੜੇ ਲੇਖ ਤੁਹਾਨੂੰ ਪਹਿਲਾਂ ਪਿਛਲੀਆਂ ਕਲਾਸਾਂ ਦੇ ਵਿੱਚ ਕਰਵਾਏ ਗਏ ਹੈ ਉਹ ਤੁਹਾਡੀ ਭਾਸ਼ਾ ਦੇ ਵਿੱਚ ਨਿਪੁੰਨਤਾ ਵਧਾਉਣ ਵਾਸਤੇ ਸੀ, ਪਰ ਹੁਣ ਤੁਸੀਂ ਮਿਡਲ ਵਿਭਾਗ ਦੇ ਵਿੱਚ ਇਹ ਸਿੱਖੋਗੇ ਕਿ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਕਿਵੇਂ ਪੇਸ਼ ਕੀਤੇ ਜਾਂਦੇ ਹੈ। ਆਪਾਂ ਅੱਜ ਇੱਕ ਲੇਖ ਕਰਾਂਗੇ ਤੇ ਸਾਡੇ ਲੇਖ ਦਾ ਵਿਸ਼ਾ ਹੋਏਗਾ ਸ਼੍ਰੀ ਗੁਰੂ ਨਾਨਕ ਦੇਵ ਜੀ, ਪਰ ਲੇਖ ਕਰਨ ਤੋਂ ਪਹਿਲਾਂ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਵਿਚਾਰਾਂਗੇ ਜਿਹਦੇ ਨਾਲ ਤੁਸੀਂ ਇੱਕ ਵਧੀਆ ਲੇਖ ਦੀ ਰਚਨਾ ਕਰ ਸਕਦੇ ਹੋ। ਵਿਦਿਆਰਥੀਓ, ਲੇਖ ਦਾ ਮੁੱਖ ਮਕਸਦ ਤੁਹਾਨੂੰ ਕਿਸੇ ਵਿਸ਼ੇ ਬਾਰੇ ਜਾਣਕਾਰੀ ਦੇਣਾ ਹੁੰਦਾ ਹੈ ਕਿ ਤੁਸੀਂ ਉਸ ਵਿਸ਼ੇ ਵਿੱਚ ਨਿਪੁੰਨ ਹੋ ਸਕੋ, ਤੇ ਨਾਲ ਨਾਲ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਵੀ ਜੋ ਲੇਖ ਹੈ ਉਹ ਬੜਾ ਮਹੱਤਵਪੂਰਨ ਇੱਕ ਤੁਹਾਡਾ ਉਪ ਵਿਸ਼ਾ ਹੁੰਦਾ। ਲੇਖ ਦੇ ਆਧਾਰ 'ਤੇ ਤੁਸੀਂ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹੋ, ਅਤੇ ਵਧੀਆ ਨੰਬਰ ਤਾਂ ਹੀ ਆਉਣਗੇ ਜੇ ਤੁਹਾਨੂੰ ਇਹ ਪਤਾ ਹੈ ਕਿ ਚੰਗਾ ਲੇਖ ਕਿਵੇਂ ਲਿਖਿਆ ਜਾਵੇ। ਜਦੋਂ ਕੋਈ ਵਿਸ਼ਾ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਤੁਹਾਡੇ ਸਾਹਮਣੇ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਸ਼ੁਰੂ ਕਿਵੇਂ ਕਰੀਏ, ਇਸ ਨੂੰ ਵਿਸਥਾਰ ਕਿਵੇਂ ਦੇਈਏ ਅਤੇ ਇਸ ਦਾ ਅੰਤ ਕਿਵੇਂ ਕਰੀਏ। ਉਹਦੇ ਲਈ ਅਸੀਂ ਥੋੜ੍ਹੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਾਂਗੇ ਜਿਹਦੇ ਨਾਲ ਅਸੀਂ ਇੱਕ ਵਧੀਆ ਲੇਖ ਦੀ ਰਚਨਾ ਕਰ ਸਕਦੇ ਹਾਂ। ਇਹਨਾਂ ਦੇ ਵਿੱਚ ਵਿਦਿਆਰਥੀਓ, ਪਹਿਲੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਵਿਸ਼ੇ 'ਤੇ ਲੇਖ ਲਿਖਣਾ, ਤੁਸੀਂ ਲੇਖ ਦੇ 3 ਹਿੱਸੇ ਕਰਨੇ ਆ। ਹਿੱਸਿਆਂ ਦਾ ਭਾਵ ਤੁਸੀਂ ਲੇਖ ਨੂੰ ਵੰਡਣਾ ਨਹੀਂ, ਕੋਈ ਵੰਡ ਕੇ ਨਹੀਂ ਤੁਸੀਂ ਲਿਖਣਾ। ਆਪਦੇ ਦਿਮਾਗ ਦੇ ਵਿੱਚ 3 ਹਿੱਸੇ ਬਣਾ ਲੈਣੇ ਆ ਜਾਂ 3 ਚਰਨ ਬਣਾ ਲੈਣੇ ਆ, 3 ਸਟੈਪ ਬਣਾ ਲੈਣੇ ਆ, ਜਿਵੇਂ ਆਪਾਂ ਪੌੜੀਆਂ ਚੜ੍ਹਦੇ ਹਾਂ। ਪਹਿਲੇ ਹਿੱਸੇ ਦੇ ਵਿੱਚ ਤੁਸੀਂ ਲੇਖ ਨੂੰ ਵਧੀਆ ਤਰੀਕੇ ਨਾਲ ਸ਼ੁਰੂ ਕਰੋਗੇ, ਫਿਰ ਦੂਸਰੇ ਹਿੱਸੇ ਦੇ ਵਿੱਚ ਮੱਧ ਦੇ ਵਿੱਚ ਤੁਸੀਂ ਲੇਖ ਨੂੰ ਵਿਸਥਾਰ ਦਿਓਗੇ, ਅਖੀਰ 'ਤੇ ਤੁਸੀਂ ਲੇਖ ਦਾ ਅੰਤ ਕਰੋਗੇ। ਤਾਂ ਤੁਸੀਂ ਇਸ ਤਰੀਕੇ ਨਾਲ ਲੇਖ ਨੂੰ ਲਿਖਣਾ ਹੈ। ਇਹ ਵੰਡ ਆਪਦੇ ਦਿਮਾਗ ਦੇ ਵਿੱਚ ਕਰਨੀ ਹੈ ਅਤੇ ਇਸ ਵੰਡ ਅਨੁਸਾਰ ਹੀ ਜੋ ਲਿਖਤ ਹੈ ਉਸ ਨੂੰ ਪੂਰਾ ਕਰਨਾ। ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਵਿਦਿਆਰਥੀਓ, ਲੇਖ ਵਿੱਚ ਪੇਸ਼ ਕੀਤੇ ਜਾਣ ਵਾਲੇ ਜੋ ਵਿਚਾਰ ਹੁੰਦੇ ਹੈ ਉਹਨਾਂ ਨੂੰ ਤੁਸੀਂ ਇੱਕ ਲੜੀ ਦੇ ਵਿੱਚ ਪੇਸ਼ ਕਰਨਾ। ਲੜੀ ਜਿਵੇਂ ਲੜੀਆਂ ਬਣੀਆਂ ਹੁੰਦੀਆਂ ਵਿੱਚ ਮਣਕੇ ਪਰੋਏ ਹੁੰਦੇ ਆ, ਲੜੀ ਦੇ ਆਧਾਰ 'ਤੇ ਜੇ ਤੁਸੀਂ ਲੇਖ ਨੂੰ ਲਿਖੋਗੇ ਜਾਂ ਬੋਲੋਗੇ ਤਾਂ ਤੁਸੀਂ ਭੁੱਲੋਗੇ ਨਹੀਂ। ਆਮ ਕਰਕੇ ਸਮੱਸਿਆ ਆਉਂਦੀ ਹੈ ਕਿ ਸਾਡੇ ਸਾਹਮਣੇ ਵਿਸ਼ਾ ਹੁੰਦਾ, ਸਾਨੂੰ ਵਿਸ਼ੇ ਦੀ ਪੂਰੀ ਜਾਣਕਾਰੀ ਹੁੰਦੀ ਹੈ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੋਂ ਸ਼ੁਰੂ ਕਰਨਾ ਹੈ ਅਤੇ ਕਿੱਥੇ ਇਹਨੂੰ ਖਤਮ ਕਰਨਾ ਹੈ। ਉਦਾਹਰਨ ਦੇ ਤੌਰ 'ਤੇ ਜੇ ਅਸੀਂ ਦੇਖੀਏ, ਤੁਹਾਨੂੰ ਇਹ ਕਿਹਾ ਜਾਵੇ ਕਿ ਤੁਹਾਡੇ ਸਾਹਮਣੇ ਇੱਕ ਦਰਖਤ ਖੜ੍ਹਾ ਹੈ ਅਤੇ ਤੁਸੀਂ ਦਰਖਤ ਬਾਰੇ ਕੁਝ ਸ਼ਬਦ ਲਿਖੋ ਜਾਂ ਉਸ 'ਤੇ ਇੱਕ ਪੈਰਾ ਲਿਖੋ। ਹੁਣ ਦੇਖੋ, ਦਰਖਤ ਦੇ ਕਿੰਨੇ ਹਿੱਸੇ ਹੈ, ਆਪਾਂ ਕਿਤੋਂ ਵੀ ਸ਼ੁਰੂ ਕਰ ਸਕਦੇ ਹਾਂ, ਹੈ ਨਾ। ਪਰ ਜੇ ਤੁਸੀਂ ਇੱਕ ਵਧੀਆ ਲੇਖ ਲਿਖਣਾ ਹੈ, ਇੱਕ ਵਧੀਆ ਪੈਰਾ ਲਿਖਣਾ ਹੈ ਉਸ ਦਰਖਤ ਦੇ ਉੱਪਰ, ਤਾਂ ਅਸੀਂ ਫਿਰ ਦਰਖਤ ਦੇ ਹਿੱਸਿਆਂ ਨੂੰ ਇੱਕ ਪਾਸਿਓਂ ਫੜ ਲਾਂਗੇ। ਪਹਿਲਾਂ ਅਸੀਂ ਦਰਖਤ ਦੀ ਸ਼ੁਰੂਆਤ 'ਤੇ ਜਾਵਾਂਗੇ। ਦਰਖਤ ਕਿੱਥੇ ਉੱਗਦੇ ਹੈ? ਧਰਤੀ 'ਤੇ। ਧਰਤੀ ਨਾਲ ਉਹ ਕਾਹਦੇ ਨਾਲ ਜੁੜੇ ਹੁੰਦੇ ਹੈ? ਆਪਣੇ ਤਣੇ ਨਾਲ, ਆਪਣੀਆਂ ਜੜ੍ਹਾਂ ਨਾਲ, ਹੈ ਨਾ। ਆਪਾਂ ਪਹਿਲਾਂ ਤਣਿਆਂ ਬਾਰੇ ਲਿਖਾਂਗੇ, ਜੜ੍ਹਾਂ ਬਾਰੇ ਲਿਖਾਂਗੇ, ਫਿਰ ਹੌਲੀ ਹੌਲੀ ਉੱਪਰ ਨੂੰ ਚੱਲਦੇ ਜਾਵਾਂਗੇ, ਫਿਰ ਮੁੱਢ ਬਾਰੇ ਲਿਖਾਂਗੇ। ਮੁੱਢ ਤੋਂ ਬਾਅਦ ਫਿਰ ਆਪਾਂ ਵੱਡੇ ਮੋਟੇ ਟਹਿਣਿਆਂ ਬਾਰੇ ਲਿਖਾਂਗੇ, ਫਿਰ ਪਤਲੀਆਂ ਟਹਿਣੀਆਂ ਬਾਰੇ ਲਿਖਾਂਗੇ, ਫਿਰ ਪੱਤਿਆਂ ਬਾਰੇ ਲਿਖਾਂਗੇ, ਫਿਰ ਫੁੱਲਾਂ ਬਾਰੇ ਲਿਖਾਂਗੇ, ਫਿਰ ਫਲਾਂ ਬਾਰੇ ਲਿਖਾਂਗੇ, ਹੈ ਨਾ।
ਫਿਰ ਉਸ ਦੇ ਕੁਝ ਹੋਰ ਗੁਣਾਂ ਬਾਰੇ ਲਿਖ ਦਿਆਂਗੇ ਅਖੀਰ ਤੇ। ਤਾਂ ਸਾਡੇ ਕੋਲ ਇੱਕ ਲੜੀ ਬਣ ਗਈ। ਇਸ ਲੜੀ ਦੇ ਹਿਸਾਬ ਨਾਲ ਜੇ ਅਸੀਂ ਆਪਦੀ ਲਿਖਤ ਲਿਖਾਂਗੇ ਤਾਂ ਇੱਕ ਬਹੁਤ ਹੀ ਵਧੀਆ ਲੇਖ ਦੀ ਰਚਨਾ ਅਸੀਂ ਕਰ ਸਕਾਂਗੇ। ਤੀਸਰੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਵਿਦਿਆਰਥੀਓ, ਕਿ ਲੇਖ ਲਿਖਣ ਵਾਸਤੇ ਤੁਸੀਂ ਸਹੀ ਸ਼ਬਦਾਂ ਦੀ ਚੋਣ ਕਰਨੀ ਹੈ। ਸਹੀ ਸ਼ਬਦਾਂ ਦੀ ਚੋਣ ਕੀ ਹੁੰਦੀ ਹੈ ਵਿਦਿਆਰਥੀਓ? ਤੁਹਾਨੂੰ ਬਹੁਤ ਸਾਰੇ ਵਿਸ਼ੇ ਦਿੱਤੇ ਜਾਣਗੇ। ਤੁਹਾਨੂੰ ਕਿਸੇ ਮੇਲੇ ਤਿਉਹਾਰ 'ਤੇ ਲਿਖਣ ਲਈ ਕਿਹਾ ਜਾ ਸਕਦਾ ਹੈ, ਕਿਸੇ ਦੀਵਾਲੀ ਦੁਸ਼ਹਿਰੇ 'ਤੇ ਲਿਖਣ ਲਈ ਕਿਹਾ ਜਾ ਸਕਦਾ ਹੈ, ਕੋਈ ਸੰਚਾਰ ਦੇ ਸਾਧਨ 'ਤੇ ਕਿਹਾ ਜਾ ਸਕਦਾ ਹੈ, ਆਵਾਜਾਈ ਦੇ ਸਾਧਨ 'ਤੇ ਕਿਹਾ ਜਾ ਸਕਦਾ ਹੈ, ਕਿਸੇ ਸਮਾਜਿਕ ਬੁਰਾਈ 'ਤੇ ਕਿਹਾ ਜਾ ਸਕਦਾ ਹੈ, ਕਿਸੇ ਮਹਾਨ ਸ਼ਖਸੀਅਤ ਬਾਰੇ ਲੇਖ ਲਿਖਣ ਲਈ ਕਿਹਾ ਜਾ ਸਕਦਾ ਹੈ। ਤਾਂ ਜਿਸ ਵਿਸ਼ੇ 'ਤੇ ਸਾਨੂੰ ਲੇਖ ਲਿਖਣ ਲਈ ਕਿਹਾ ਗਿਆ ਹੈ ਉਸ ਵਿਸ਼ੇ ਦੇ ਅਨੁਸਾਰ ਜੇ ਅਸੀਂ ਵਧੀਆ ਸ਼ਬਦਾਂ ਦੀ ਵਰਤੋਂ ਕਰਾਂਗੇ ਤਾਂ ਅਸੀਂ ਵਧੀਆ ਲੇਖ ਦਾ ਨਿਰਮਾਣ ਕਰ ਸਕਾਂਗੇ ਤੇ ਪੂਰੇ ਨੰਬਰ ਵੀ ਲੈ ਸਕਾਂਗੇ। ਹੁਣ ਸ਼ਬਦਾਂ ਦਾ ਫਰਕ ਕਿਵੇਂ ਪੈਂਦਾ? ਦੇਖੋ, ਜੇ ਆਪਾਂ ਕਿਸੇ ਸਧਾਰਨ ਇਨਸਾਨ ਬਾਰੇ ਲੇਖ ਲਿਖਦੇ ਹਾਂ, ਕਿਸੇ ਸਾਹਿਤਕਾਰ ਬਾਰੇ ਲਿਖਦੇ ਹਾਂ, ਤਾਂ ਆਪਾਂ ਲਿਖਾਂਗੇ ਉਹ ਕਹਿੰਦਾ ਹੈ, ਉਸ ਨੇ ਇਹ ਲਿਖਿਆ ਹੈ। ਪਰ ਇੱਥੇ ਜੇ ਅੱਜ ਸਾਡਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ, ਅਸੀਂ ਜੇ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖਾਂਗੇ ਤਾਂ ਅਸੀਂ ਸ਼ਬਦਾਂ ਦੀ ਵਰਤੋਂ ਕਰਾਂਗੇ, ਗੁਰੂ ਜੀ ਫਰਮਾਉਂਦੇ ਹਨ, ਗੁਰੂ ਜੀ ਕਹਿੰਦੇ ਹਨ, ਹੈ ਨਾ। ਦੇਖੋ, ਸ਼ਬਦ ਉਹੀ ਹੈ ਪਰ ਸਾਡੇ ਸ਼ਬਦਾਂ ਦੇ ਵਿੱਚੋਂ ਇੱਕ ਅਲੱਗ ਸਤਿਕਾਰ ਝਲਕਦਾ। ਤਾਂ ਇਸ ਤਰੀਕੇ ਨਾਲ ਜੇ ਅਸੀਂ ਸ਼ਬਦਾਂ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ ਤਾਂ ਅਸੀਂ ਵਧੀਆ ਲੇਖ ਦਾ ਨਿਰਮਾਣ ਕਰ ਸਕਾਂਗੇ ਤੇ ਅਸੀਂ ਪ੍ਰਭਾਵਿਤ ਕਰ ਸਕਾਂਗੇ ਜੋ ਸਾਨੂੰ ਸੁਣ ਰਿਹਾ ਹੈ ਜਾਂ ਜੋ ਵੀ ਸਾਡਾ ਪੇਪਰ ਚੈੱਕ ਕਰ ਰਿਹਾ। ਅਖੀਰੀ ਗੱਲ, ਚੌਥੀ ਗੱਲ ਤੁਸੀਂ ਇਹ ਧਿਆਨ ਵਿੱਚ ਰੱਖਣੀ ਹੈ ਕਿ ਤੁਸੀਂ ਆਪਣੀ ਗੱਲ ਨੂੰ ਪੁਖਤਾ ਤਰੀਕੇ ਨਾਲ ਕਹਿਣ ਲਈ ਕੁਝ ਕੁ ਤੁਸੀਂ ਹਵਾਲੇ ਦੇ ਸਕਦੇ ਹੋ। ਹਵਾਲਿਆਂ ਤੋਂ ਭਾਵ, ਜਿਵੇਂ ਅੱਜ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਕਰਾਂਗੇ ਤਾਂ ਸਾਡੇ 10 ਗੁਰੂ ਸਾਹਿਬਾਨ ਹੋਏ ਹੈ, ਕਿਸੇ ਹੋਰ ਗੁਰੂ ਦਾ ਤੁਸੀਂ ਨਾਲ ਜ਼ਿਕਰ ਕਰ ਸਕਦੇ ਹੋ, ਠੀਕ ਹੈ। ਉਹਨਾਂ ਤੋਂ ਪਹਿਲਾਂ ਵਾਲੇ ਹਾਲਾਤਾਂ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ, ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਉਦੋਂ ਸਾਡੇ ਸਮਾਜਿਕ ਹਾਲਾਤ ਕੀ ਸੀ, ਰਾਜਨੀਤਿਕ ਹਾਲਾਤ ਕੀ ਸੀ। ਤਾਂ ਇਸ ਤਰ੍ਹਾਂ ਕਰਕੇ ਅਸੀਂ ਆਪਦੀ ਗੱਲ ਨੂੰ ਵਧੀਆ ਪੁਖਤਾ ਤਰੀਕੇ ਨਾਲ ਕਹਿ ਸਕਦੇ ਹਾਂ। ਤਾਂ ਉਮੀਦ ਹੈ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਬਹੁਤ ਲੰਬਾ ਚੌੜਾ ਕੰਮ ਨਹੀਂ ਇਹ, ਬਾਕੀ ਤੁਸੀਂ ਬਸ ਛੋਟੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਲੇਖ ਦੇ 3 ਹਿੱਸੇ ਕਰ ਲਓ, ਸਾਰੇ ਵਿਚਾਰਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਆਪਾਂ ਪੇਸ਼ ਕਰਨਾ ਹੈ ਤੇ ਲੇਖ ਲਿਖਣ ਲਈ ਸਹੀ ਸ਼ਬਦਾਂ ਦੀ ਆਪਾਂ ਚੋਣ ਕਰਨੀ ਹੈ ਤੇ ਆਪਣੀ ਗੱਲ ਨੂੰ ਪੁਖਤਾ ਤਰੀਕੇ ਨਾਲ ਕਹਿਣ ਵਾਸਤੇ ਆਪਾਂ ਹਵਾਲੇ ਦੇਣੇ ਆ। ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵੱਧਦੇ ਹਾਂ ਤੇ ਕਰਦੇ ਹਾਂ ਲੇਖ ਸ਼੍ਰੀ ਗੁਰੂ ਨਾਨਕ ਦੇਵ ਜੀ। ਵਿਦਿਆਰਥੀਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਸੰਸਾਰ ਦੇ ਵਿੱਚ ਆਉਣਾ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਗਮਨ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਇੱਕ ਬਹੁਤ ਵੱਡੀ ਯੁੱਗ ਪਲਟਾਊ ਘਟਨਾ ਸਾਬਤ ਹੋਈ। ਗੁਰੂ ਸਾਹਿਬ ਨੇ ਸੁੱਤਿਆਂ ਨੂੰ ਜਗਾਇਆ, ਮੁਰਦਿਆਂ ਵਿੱਚ ਉਹਨਾਂ ਨੇ ਜੀਵਨ ਪਾਇਆ। ਮੁਰਦਿਆਂ ਵਿੱਚ ਜੀਵਨ ਪਾਉਣ ਤੋਂ ਭਾਵ ਜੋ ਨਿਰਾਸ਼ ਲੋਕ ਆਰਾਮ ਨਾਲ ਜ਼ੁਲਮ ਸਹਿ ਰਹੇ ਸੀ, ਉਹਨਾਂ ਦੀ ਆਤਮਾ ਨੂੰ ਜਗਾਇਆ ਤੇ ਉਹਨਾਂ ਨੂੰ ਬਹੁਤ ਵੱਡਾ ਇੱਕ ਸਿਧਾਂਤ ਦਿੱਤਾ। ਉਹ ਸਿਧਾਂਤ ਸੀ ਕਿਰਤ ਦਾ ਸਿਧਾਂਤ। ਗੁਰੂ ਜੀ ਨੇ ਇੱਕ ਆਮ ਇਨਸਾਨਾਂ ਦੀ ਤਰ੍ਹਾਂ ਜੀਵਨ ਜੀ ਕੇ, ਖੁਦ ਹਲ ਚਲਾ ਕੇ, ਖੁਦ ਕੰਮ ਕਰਕੇ ਸਾਨੂੰ ਅਜਿਹੀ ਸਿੱਖਿਆ ਦਿੱਤੀ ਕਿ ਅੱਜ ਉਹਨਾਂ ਦੀਆਂ ਸਿੱਖਿਆਵਾਂ ਦੀ ਬਦੌਲਤ ਦੁਨੀਆ ਭਰ ਦੇ ਵਿੱਚ ਅਸੀਂ ਮਾਣ ਸਨਮਾਨ ਪ੍ਰਾਪਤ ਕੀਤਾ। ਇੱਥੇ ਉਹਨਾਂ ਦੀਆਂ ਸਿੱਖਿਆਵਾਂ ਦੀ ਵਿਸ਼ਾਲਤਾ ਇੰਨੀ ਜ਼ਿਆਦਾ ਸੀ ਕਿ ਜਿੰਨੀ ਸਾਰਥਿਕਤਾ ਗੁਰੂ ਸਾਹਿਬ ਦੇ ਸੰਦੇਸ਼ਾਂ ਦੀ ਉਹਨਾਂ ਦੇ ਜਨਮ ਸਮੇਂ ਜਾਂ ਉਹਨਾਂ ਦੇ ਰਹਿੰਦੇ ਹੋਏ ਸੀ, ਓਨੀ ਹੀ ਸਾਰਥਿਕਤਾ ਉਹਨਾਂ ਦੀ ਅੱਜ ਹੈ। ਅੱਜ ਕਿੰਨਾ ਦੇਖੋ, ਕਿੰਨਾ ਸਮਾਂ ਬਦਲ ਗਿਆ, ਸਾਇੰਸ ਕਿਤੇ ਦੀ ਕਿਤੇ ਪਹੁੰਚ ਗਈ, ਪਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅੱਜ ਦੇ ਸਮੇਂ ਵਿੱਚ ਵੀ ਓਨੇ ਹੀ ਸਾਰਥਿਕ ਹੈ। ਆਓ ਆਪਾਂ ਉਹਨਾਂ ਦੇ ਜੀਵਨ ਬਾਰੇ ਅੱਗੇ ਪੜ੍ਹਦੇ ਹਾਂ। ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਲੇਖ ਦੀ ਸ਼ੁਰੂਆਤ ਕਰਨ ਵੇਲੇ ਤੁਸੀਂ ਉਸ ਸਮੇਂ ਦੇ ਹਾਲਾਤਾਂ ਬਾਰੇ ਲਿਖ ਸਕਦੇ ਹੋ। ਇੱਕ ਜਿੰਨੇ ਵੀ ਵਿਚਾਰ, ਸਾਂਝੇ ਵਿਚਾਰ, ਇੱਕ ਸ਼ੁਰੂਆਤੀ ਵਿਚਾਰ ਤੁਸੀਂ ਲਿਖਣੇ ਹੁੰਦੇ ਹੈ। ਉਸੇ ਤਰ੍ਹਾਂ ਹੀ ਗੁਰੂ ਸਾਹਿਬ ਬਾਰੇ ਲਿਖਦੇ ਹੋਏ ਅਸੀਂ ਇੱਥੇ ਕੁਝ ਜ਼ਿਕਰ ਕਰ ਰਹੇ ਹਾਂ ਕਿ ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਅਤੇ ਸਿੱਖਿਆ ਭਾਰਤ ਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਵੀ ਅਜਿਹੇ ਮਹਾਂਪੁਰਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਗੁਰੂ ਜੀ ਮਾਨਵਤਾ ਲਈ ਕਲਿਆਣਕਾਰੀ ਕਦਰਾਂ ਕੀਮਤਾਂ, ਸਾਂਝੀਵਾਲਤਾ, ਭਾਈਚਾਰਕ ਏਕਤਾ ਆਦਿ ਦੇ ਪ੍ਰਚਾਰਕ ਸਨ। ਇਸ ਲਈ ਸਾਰੇ ਭਾਰਤ ਵਾਸੀ ਉਹਨਾਂ ਦਾ
ਸਤਿਕਾਰ ਕਰਦੇ। ਤੁਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਵਿਦਿਆਰਥੀਓ ਪੜ੍ਹਦੇ ਹੋਵੋਗੇ ਜਾਂ ਸੁਣਦੇ ਹੋਵੋਗੇ ਕਿ ਭਾਰਤ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ। ਸਾਡੇ ਏਸ਼ੀਆ ਖਿੱਤੇ ਦੇ ਵਿੱਚ ਜੋ ਸਾਡਾ ਏਸ਼ੀਆ ਵਾਲਾ ਹਿੱਸਾ ਹੈ, ਦੀਪਾਂ ਦੇ ਵਿੱਚ ਏਸ਼ੀਆ ਮਹਾਂਦੀਪ ਹੈ, ਉਹਦੇ ਵਿੱਚ ਸਾਡੀ ਧਰਤੀ ਨੂੰ ਪਵਿੱਤਰ ਧਰਤੀ, ਰਿਸ਼ੀਆਂ ਮੁਨੀਆਂ ਦੀ ਧਰਤੀ ਹੋਣ ਦਾ ਮਾਣ ਵਿਦਿਆਰਥੀਓ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਇੱਥੇ ਬਹੁਤ ਸਾਰੇ ਮਹਾਂਪੁਰਖ, ਸ਼੍ਰੀ ਕ੍ਰਿਸ਼ਨ, ਰਾਮਚੰਦਰ ਜੀ ਤੋਂ ਲੈ ਕੇ ਬੁੱਧ ਧਰਮ ਦੇ ਵਿੱਚ ਮਹਾਤਮਾ ਬੁੱਧ, ਜੈਨ ਧਰਮ ਤੇ ਹੋਰ ਬਥੇਰੇ ਮਹਾਂਪੁਰਸ਼ ਇਸ ਧਰਤੀ 'ਤੇ ਹੋਏ, ਜਿਨ੍ਹਾਂ ਨੇ ਸਾਨੂੰ ਜੀਵਨ ਦੀ ਸਾਰਥਕਤਾ ਬਾਰੇ ਦੱਸਿਆ ਤੇ ਉਹਨਾਂ ਦੇ ਉਪਦੇਸ਼ ਸਾਡੇ ਲਈ ਚਾਨਣ ਮੁਨਾਰਾ ਬਣੇ। ਇਹਨਾਂ ਹੀ ਮਹਾਂਪੁਰਖਾਂ ਦੇ ਵਿੱਚੋਂ ਸਨ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਸਿੱਖ ਧਰਮ, ਪਿਆਰੇ ਵਿਦਿਆਰਥੀਓ, 10 ਗੁਰੂ ਇਸ ਧਰਮ ਦੇ ਵਿੱਚ ਹੋਏ ਹੈ ਤੇ 11ਵੇਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਡੀ ਅਗਵਾਈ ਕਰਨ ਲਈ ਬਿਰਾਜਮਾਨ ਹੈ। ਤੇ 10 ਗੁਰੂਆਂ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਸਾਰੇ ਅੱਜ ਅਸੀਂ ਆਪਣੇ ਜੀਵਨ ਦਾ ਰਾਹ ਦਸੇਰਾ ਦੇਖਦੇ ਹਾਂ। ਤਾਂ ਗੁਰੂ ਨਾਨਕ ਦੇਵ ਜੀ ਨੂੰ ਇਸ ਧਰਮ, ਇਸ ਲਹਿਰ ਦੇ ਮੋਢੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜੋ ਇਹਨਾਂ ਤੋਂ ਬਾਅਦ 9 ਗੁਰੂ ਹੋਏ, ਸਾਰਿਆਂ ਨੇ ਇਹਨਾਂ ਦੇ ਰਸਤੇ 'ਤੇ ਚੱਲ ਕੇ ਆਪਣੇ ਉਪਦੇਸ਼ਾਂ ਨੂੰ ਸੰਸਾਰ ਦੇ ਵਿੱਚ ਫੈਲਾ ਕੇ ਲੋਕਾਂ ਨੂੰ ਜਾਗਰਤ ਕੀਤਾ। ਗੁਰੂ ਜੀ ਨੇ ਮਾਨਵਤਾ ਦੇ ਭਲੇ ਲਈ, ਕਲਿਆਣਕਾਰੀ ਕਦਰਾਂ ਕੀਮਤਾਂ, ਸਾਂਝੀਵਾਲਤਾ ਤੇ ਭਾਈਚਾਰਕ ਏਕਤਾ ਦੇ ਪ੍ਰਚਾਰ ਲਈ ਬਥੇਰਾ ਕੰਮ ਕੀਤਾ, ਜਿਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਅੱਗੇ ਜਾ ਕੇ ਜਾਣਾਂਗੇ। ਗੁਰੂ ਜੀ ਦੀ ਮਹਿਮਾ ਨੂੰ ਪ੍ਰਗਟ ਕਰਦਿਆਂ ਪਿਆਰੇ ਵਿਦਿਆਰਥੀਓ, ਭਾਈ ਗੁਰਦਾਸ ਜੀ ਲਿਖਦੇ ਹੈ, ਤੁਸੀਂ ਆਪਣੀ ਕਿਤਾਬਾਂ ਦੇ ਵਿੱਚ ਵੀ ਇਹ ਸ਼ਬਦ ਪੜ੍ਹਦੇ ਹੋਵੋਗੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੂਆ। ਤਾਂ ਇਸ ਤਰ੍ਹਾਂ ਦਾ ਪ੍ਰਕਾਸ਼ ਉਹਨਾਂ ਦਾ ਸੰਸਾਰ ਦੇ ਵਿੱਚ ਵਿਦਿਆਰਥੀਓ ਸੀ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ, ਉਹਨਾਂ ਦੇ ਸੰਸਾਰ ਦੇ ਵਿੱਚ ਆਉਣ ਨਾਲ ਹਨੇਰਾ ਮਿਟ ਗਿਆ। ਹਨੇਰੇ ਦੀ ਜਿਹੜੀ ਧੁੰਦ ਫੈਲੀ ਹੋਈ ਸੀ ਉਹ ਮਿਟ ਗਈ ਤੇ ਚਾਰ ਸਪੇਰੇ ਗਿਆਨ ਦਾ ਪ੍ਰਕਾਸ਼ ਫੈਲ ਗਿਆ। ਜਿਉਂ ਕਰ ਸੂਰਜ ਨਿਕਲੇ, ਤਾਰੇ ਛਪੇ ਅੰਧੇਰ ਪਲੋਆ। ਜਿਸ ਤਰ੍ਹਾਂ ਸੂਰਜ ਨਿਕਲਣ ਨਾਲ ਹਨੇਰਾ ਚਲਿਆ ਜਾਂਦਾ, ਤਾਰੇ ਛਿਪ ਜਾਂਦੇ ਹੈ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਦੋਂ ਜੰਗਲ ਦੇ ਵਿੱਚੋਂ ਸ਼ੇਰ ਬੁੱਕਦਾ ਜਾਂ ਸ਼ੇਰ ਨਿਕਲਦਾ ਤਾਂ ਬਾਕੀ ਸਾਰੇ ਜਿਹੜੇ ਜਾਨਵਰ ਆ ਉਹ ਲੁਕ ਜਾਂਦੇ। ਇਸੇ ਤਰ੍ਹਾਂ ਜਿਹੜਾ ਕੂੜ ਸੀਗਾ, ਮਾੜੀਆਂ ਭਾਵਾਂ ਨੂੰ ਪ੍ਰਚਾਰ ਕਰਨ ਵਾਲੇ ਲੋਕ ਸਾਰੇ ਇਸ ਤਰ੍ਹਾਂ ਲੁਕ ਗਏ, ਜਿਵੇਂ ਜੰਗਲ ਦੇ ਵਿੱਚ ਸ਼ੇਰ ਨਿਕਲਣ ਨਾਲ ਬਾਕੀ ਸਾਰੇ ਭੱਜ ਜਾਂਦੇ ਆ। ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੂਆ। ਕਿ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਆਪਣੇ ਚਰਨ ਪਾਉਂਦੇ ਸੀ, ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਸੀ। ਆਓ ਹੁਣ ਆਪਾਂ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ ਵਿਦਿਆਰਥੀਓ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਹੋਇਆ ਤੇ ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਸੀ ਤੇ ਉਹ ਪਿੰਡ ਦੇ ਪਟਵਾਰੀ ਸੀ। ਵਿਦਿਆਰਥੀਓ, ਉਹਨਾਂ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਨਨਕਾਣਾ ਸਾਹਿਬ 1947 ਵਿੱਚ ਜਦੋਂ ਸਾਡੇ ਦੇਸ਼ ਦੀ ਵੰਡ ਹੋਈ ਤਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਚਲਾ ਗਿਆ। ਤਾਂ ਅੱਜ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੇ ਹੈ, ਗੁਰੂ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਲਈ ਜਾਂਦੇ ਹੈ। ਉਸ ਤੋਂ ਬਾਅਦ ਕਰਤਾਰਪੁਰ, ਜਿੱਥੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਬਿਤਾਇਆ, ਉਹ ਜਗ੍ਹਾ ਵੀ ਵਿਦਿਆਰਥੀਓ ਪਾਕਿਸਤਾਨ ਵਿੱਚ ਚਲੀ ਗਈ ਹੈ। ਤੇ ਤੁਹਾਨੂੰ ਪਤਾ ਹੋਣਾ ਹੈ ਕਿ ਪਾਕਿਸਤਾਨ ਲਈ ਕਰਤਾਰਪੁਰ ਦਾ ਜਿਹੜਾ ਲਾਂਘਾ ਉਹ ਖੋਲ੍ਹਿਆ ਗਿਆ ਤੇ ਹਜ਼ਾਰਾਂ ਲੱਖਾਂ ਸ਼ਰਧਾਲੂ ਹਰ ਸਾਲ ਨਤਮਸਤਕ ਹੋਣ ਲਈ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਾਂਦੇ। ਵਿਦਿਆਰਥੀਓ, ਗੁਰੂ ਜੀ ਦੇ ਜਨਮ ਤੋਂ ਬਾਅਦ ਗੁਰੂ ਜੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਤੋਂ ਭਾਵ ਹੁੰਦਾ ਕਹਾਣੀਆਂ, ਕਿਸੇ ਨਾਲ ਜੁੜੀਆਂ ਹੋਈਆਂ ਕਹਾਣੀਆਂ, ਅਸੀਂ ਉਹਨਾਂ ਨੂੰ ਆਦਰ ਦੇ ਤੌਰ 'ਤੇ ਸਾਖੀਆਂ ਕਹਿੰਦੇ ਹਾਂ। ਗੁਰੂ ਜੀ ਦੇ ਬਚਪਨ ਬਾਰੇ ਬਹੁਤ ਸਾਰੀਆਂ ਸਾਖੀਆਂ ਸਾਨੂੰ ਲਿਖੀਆਂ ਹੋਈਆਂ ਮਿਲ ਜਾਂਦੀਆਂ, ਚਾਹੇ ਉਹ ਭਾਈ ਬਾਲੇ ਦੀ ਜਨਮ ਸਾਖੀ ਹੋਵੇ ਜਾਂ ਪੁਰਾਤਨ ਜਨਮ ਸਾਖੀ ਹੋਵੇ।
ਉਹਨਾਂ ਜਨਮ ਸਾਖੀਆਂ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਬਹੁਤ ਕੁਝ ਲਿਖਿਆ ਹੋਇਆ, ਜਿਨ੍ਹਾਂ ਤੋਂ ਸਾਨੂੰ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ। ਗੁਰੂ ਜੀ ਦਾ ਆਪਣੀ ਭੈਣ ਨਾਨਕੀ ਨਾਲ ਬਹੁਤ ਪਿਆਰ ਸੀ। ਸਾਖੀਆਂ ਦੇ ਵਿੱਚ ਇਹ ਜ਼ਿਕਰ ਸਾਨੂੰ ਮਿਲਦਾ ਹੈ। ਮਾਤਾ ਤ੍ਰਿਪਤਾ ਜੀ ਦੀ ਮਮਤਾ ਦਾ ਜ਼ਿਕਰ ਸਾਨੂੰ ਸਾਖੀਆਂ ਦੇ ਵਿੱਚ ਮਿਲਦਾ ਹੈ। ਪਿਤਾ ਜੀ ਉਹਨਾਂ ਦੇ ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫਲ ਜੀਵਨ ਲਈ ਕੀਤੇ ਪ੍ਰਯਾਸਾਂ ਦਾ, ਕੀਤੇ ਯਤਨਾਂ ਦਾ ਜਿਹੜਾ ਜਾਣਕਾਰੀ ਹੈ ਸਾਨੂੰ ਵਿਦਿਆਰਥੀਓ ਉਹ ਮਿਲਦੀ ਹੈ। ਗੁਰੂ ਜੀ ਦੇ ਰਹਿਣੀ ਸਹਿਣੀ, ਉਹਨਾਂ ਦੇ ਸੁਭਾਅ, ਉਹਨਾਂ ਦੇ ਬਚਪਨ ਗੁਜ਼ਾਰਨ ਦੇ ਤਰੀਕੇ ਆਦਿ ਦੀ ਜਿਹੜੀ ਜਾਣਕਾਰੀ ਉਹ ਸਾਨੂੰ ਸਾਖੀਆਂ ਤੋਂ ਮਿਲਦੀ ਹੈ। ਗੁਰੂ ਜੀ ਬਚਪਨ ਵਿੱਚ ਜਿਹੜੇ ਦੁਨਿਆਵੀ ਕੰਮ ਸੀ ਉਹਨਾਂ ਵੱਲੋਂ ਬੇਪਰਵਾਹ ਸੀਗੇ, ਕਿਉਂਕਿ ਉਹਨਾਂ ਦੀ ਲਿਵ ਪਰਮਾਤਮਾ ਦੇ ਨਾਲ ਲੱਗੀ ਹੋਈ ਸੀ ਅਤੇ ਉਹਨਾਂ ਨੂੰ ਆਪਣਾ ਮਿਸ਼ਨ ਪਤਾ ਸੀ ਕਿ ਕਿੱਡਾ ਵੱਡਾ ਕੰਮ ਕਰਨ ਲਈ ਉਹ ਸੰਸਾਰ ਦੇ ਵਿੱਚ ਆਏ ਹੈ। ਤਾਂ ਉਹਨਾਂ ਨੇ ਇਸੇ ਲਈ ਹੀ ਰਸਮੀ ਸਿੱਖਿਆ ਨੂੰ ਪ੍ਰਾਪਤ ਕਰਨ ਦੀ ਬਜਾਏ ਸੱਚ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਸ ਰਾਹ 'ਤੇ ਉਹ ਚੱਲ ਪਏ ਕਿ ਸੱਚ ਨੂੰ ਜਾਣਿਆ ਜਾਵੇ ਅਤੇ ਉਸ ਸੱਚ ਨੂੰ ਫਿਰ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਇੱਕ ਲੰਬੀ ਭਟਕਣਾ ਜਿਹੜੀ ਦੇ ਵਿੱਚ ਉਹ ਫਸੇ ਹੋਏ ਆ ਉਹਦੇ ਵਿੱਚੋਂ ਬਾਹਰ ਕੱਢਿਆ ਜਾਵੇ। ਵਿਦਿਆਰਥੀਓ, ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਉਹਨਾਂ ਦੇ 2 ਪੁੱਤਰ ਪੈਦਾ ਹੋਏ ਉਹਨਾਂ ਦੇ ਘਰ ਵਿੱਚ। ਗੁਰੂ ਜੀ ਨੇ ਆਪਣੀ ਜਵਾਨੀ ਦੇ ਵਿੱਚ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਮੋਦੀਖਾਨਾ ਪਿਆਰੇ ਵਿਦਿਆਰਥੀਓ ਹੁੰਦਾ ਜਿਵੇਂ ਅੱਜ ਆਪਣੇ ਤੁਸੀਂ ਰਾਸ਼ਨ ਦੇ ਡੀਪੂ ਸੁਣਦੇ ਹੋਵੋਗੇ ਕਿ ਜਿੱਥੋਂ ਰਾਸ਼ਨ ਮਿਲਦਾ, ਉਦੋਂ ਮੋਦੀਖਾਨੇ ਦੇ ਵਿੱਚੋਂ ਲੋਕਾਂ ਨੂੰ ਰਾਸ਼ਨ ਮਿਲਦਾ ਹੁੰਦਾ ਸੀ। ਰਾਸ਼ਨ ਦੇ ਭੰਡਾਰ ਅਸੀਂ ਕਹਿ ਸਕਦੇ ਹਾਂ। ਅਤੇ ਗੁਰੂ ਜੀ ਨੇ ਆਪਣੇ ਜੀਜਾ ਜੀ ਦੀ ਮਦਦ ਨਾਲ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ। ਉਹਨਾਂ ਦਾ ਸਧਾਰਨ ਕੰਮਾਂ ਦੇ ਵਿੱਚ ਮਨ ਨਹੀਂ ਲੱਗਦਾ ਸੀ, ਆਪਾਂ ਪਹਿਲਾਂ ਹੀ ਇਹ ਗੱਲ ਕਰ ਚੁੱਕੇ ਹਾਂ। ਇਸੇ ਲਈ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਉਹ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ 'ਤੇ ਨਿਕਲ ਤੁਰੇ। ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ। ਵਿਦਿਆਰਥੀਓ, ਗੁਰੂ ਸਾਹਿਬ ਨੇ 4 ਦਿਸ਼ਾਵਾਂ ਦੇ ਵਿੱਚ ਯਾਤਰਾਵਾਂ ਕੀਤੀਆਂ, ਕਿਉਂਕਿ ਉਹਨਾਂ ਦਾ ਇਹ ਮਕਸਦ ਸੀਗਾ ਕਿ ਲੋਕਾਂ ਨੂੰ ਜਗਾਉਣਾ ਹੈ, ਜਾਗਰਤ ਕਰਨਾ ਹੈ, ਅਤੇ ਘਰ ਬੈਠ ਕੇ ਨਹੀਂ ਹੋ ਸਕਦਾ ਸੀ। ਗੁਰੂ ਸਾਹਿਬ ਯਾਤਰਾ ਕਰਦੇ ਹੋਏ ਵਿਦਿਆਰਥੀਓ ਬਹੁਤ ਸਾਰੀਆਂ ਜਗ੍ਹਾ 'ਤੇ ਗਏ ਅਤੇ ਜਨਮ ਸਾਖੀਆਂ ਦੇ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਦਾ ਜ਼ਿਕਰ ਮਿਲਦਾ ਹੈ ਅਤੇ ਬਹੁਤ ਸਾਰੀਆਂ ਸਾਖੀਆਂ ਵੀ ਪ੍ਰਚਲਿਤ ਆ, ਜਿਨ੍ਹਾਂ ਵਿੱਚੋਂ ਸੱਜਣ ਠੱਗ ਵਾਲੀ ਸਾਖੀ ਤੁਸੀਂ ਜ਼ਰੂਰ ਸੁਣੀ ਹੋਵੇਗੀ। ਭਾਈ ਲਾਲੋ, ਕੌਡਾ ਰਾਖਸ਼, ਮੱਕੇ ਮਦੀਨੇ ਅਤੇ ਹਰਿਦੁਆਰ ਨਾਲ ਸੰਬੰਧਿਤ ਜਿਹੜੀਆਂ ਸਾਖੀਆਂ ਉਹ ਜਨਮ ਸਾਖੀਆਂ ਦੇ ਵਿੱਚ ਸਾਨੂੰ ਲਿਖੀਆਂ ਹੋਈਆਂ ਮਿਲਦੀਆਂ, ਜਿਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਪਖੰਡ ਦਾ ਖਾਤਮਾ ਕਰਨ ਵਾਸਤੇ ਆਪਣੀਆਂ ਉਦਾਸੀਆਂ ਕੀਤੀਆਂ ਅਤੇ ਆਪਣੀ ਬੁੱਧੀ ਦੇ ਨਾਲ ਉਹਨਾਂ ਨੇ ਪਖੰਡ ਨੂੰ ਹਰਾਇਆ। ਅਤੇ ਜਿਸ ਨੂੰ ਵੀ ਗੁਰੂ ਜੀ ਮਿਲਦੇ ਸੀਗੇ ਆਪਣੇ ਤਰਕ ਦੇ ਨਾਲ, ਆਪਣੀ ਬੁੱਧੀ ਦੇ ਨਾਲ ਉਸ ਨੂੰ ਆਪਣਾ ਬਣਾ ਲੈਂਦੇ ਸੀ ਅਤੇ ਸੱਚ ਦੇ ਰਾਹ 'ਤੇ ਤੋਰ ਕੇ ਗੁਰੂ ਜੀ ਫਿਰ ਅੱਗੇ ਚਲੇ ਜਾਂਦੇ ਸੀ। ਵਿਦਿਆਰਥੀਓ, ਜਦੋਂ ਗੁਰੂ ਜੀ ਇਹ ਯਾਤਰਾਵਾਂ ਕਰ ਰਹੇ ਸੀ ਤਾਂ ਭਾਈ ਮਰਦਾਨਾ ਉਹਨਾਂ ਦੇ ਨਾਲ ਹੁੰਦਾ ਸੀ। ਉਹ ਹਰ ਧਰਮ ਦੇ ਕੇਂਦਰ ਉੱਤੇ ਗਏ ਅਤੇ ਉਹਨਾਂ ਧਰਮਾਂ ਦੇ ਮੁਖੀਆਂ ਨਾਲ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਉਹ ਆਪਣੀ ਸ਼ਖਸੀਅਤ ਦੇ ਨਾਲ ਹਰ ਇੱਕ ਨੂੰ ਮੋਹ ਲੈਂਦੇ ਸੀ, ਕਿਉਂਕਿ ਵਿਦਿਆਰਥੀਓ ਗੱਲ ਕਰਦੇ ਸੀ ਤਰਕ ਨਾਲ। ਤਰਕ ਹੁੰਦਾ ਹੈ ਉਹ ਗੱਲ ਜਿਹੜੀ ਸੱਚ ਦੀ ਕਸੌਟੀ 'ਤੇ ਪੂਰੀ ਉਤਰ ਸਕੇ, ਅਤੇ ਜਿਹੜੀ ਸੱਚ 'ਤੇ ਪੂਰੀ ਉਤਰਦੀ ਹੈ ਉਸ ਨੂੰ ਹਰ ਕੋਈ ਮੰਨ ਲੈਂਦਾ ਹੈ। ਵਿਦਿਆਰਥੀਓ, ਗੁਰੂ ਸਾਹਿਬ ਦੀ ਬੜੀ ਖਾਸੀਅਤ ਇਹ ਸੀ ਕਿ ਉਹਨਾਂ ਨੇ ਕਿਸੇ ਵੀ ਧਰਮ ਦਾ ਖੰਡਨ ਨਹੀਂ ਕੀਤਾ। ਉਹਨਾਂ ਨੇ ਸਾਰੇ ਹੀ ਧਰਮਾਂ ਦੇ ਵਿੱਚ ਪੈਦਾ ਹੋਈਆਂ ਬੁਰਾਈਆਂ ਦਾ ਖੰਡਨ ਕੀਤਾ ਅਤੇ ਸਾਰੇ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਇਹ ਚੀਜ਼ਾਂ ਛੱਡ ਕੇ ਸੱਚ ਦੇ ਮਾਰਗ 'ਤੇ ਚੱਲੋ। ਜੋ ਰਸਤਾ ਤੁਹਾਨੂੰ ਤੁਹਾਡੇ ਧਰਮ ਨੇ ਦਿਖਾਇਆ ਹੈ ਤੁਸੀਂ ਉਸ ਰਸਤੇ 'ਤੇ ਚੱਲੋ, ਨਾ ਕਿ ਧਰਮ ਦੇ ਨਾਂ 'ਤੇ ਵਪਾਰ ਕਰਨ ਵਾਲੇ ਲੋਕਾਂ ਦੇ ਆਖੇ ਲੱਗ ਕੇ ਤੁਸੀਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਫਸ ਕੇ ਆਪਦਾ ਸਮਾਂ, ਸ਼ਕਤੀ ਅਤੇ ਪੈਸਾ ਬਰਬਾਦ ਕਰੋ। ਉਹਨਾਂ ਨੇ ਸੱਚ ਦੇ ਰਸਤੇ 'ਤੇ ਤੋਰਿਆ, ਕਿਉਂਕਿ ਉਹਨਾਂ ਨੇ ਲੋਕਾਂ ਨੂੰ ਇਹ ਸਿਖਾਇਆ ਕਿ ਜੇ ਕਿਰਤ ਕਰੋਗੇ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਤਨ ਮਨ ਧਨ ਹੈ ਉਹਦੇ ਵਿੱਚ ਬਰਕਤ ਰਹੂਗੀ। ਤੁਸੀਂ ਸਰੀਰਕ ਤੌਰ 'ਤੇ ਵੀ ਤਕੜੇ ਰਹੋਗੇ ਅਤੇ ਖੁਦ ਕਮਾ ਕੇ ਤੁਸੀਂ ਖੁਦ ਵੀ ਖਾਓਗੇ ਅਤੇ ਦੂਸਰਿਆਂ ਨੂੰ ਦੇਵੋਗੇ, ਅਤੇ ਕਿਰਤ ਕਰਦੇ ਕਰਦੇ ਹੀ ਤੁਸੀਂ ਉਸ ਪਰਮਾਤਮਾ ਦੇ ਨਾਲ ਆਪਣੀ ਲਿਵ ਲਾ ਸਕਦੇ ਹੋ। ਜਦੋਂ ਕਿ ਉਸ ਸਮੇਂ ਦੇ ਵਿੱਚ ਇਹ ਪ੍ਰਥਾ ਪ੍ਰਚਲਿਤ ਸੀ ਕਿ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ ਤਾਂ ਤੁਸੀਂ ਆਪਣਾ ਘਰ-ਬਾਰ ਛੱਡ ਕੇ ਤੁਹਾਨੂੰ ਜੰਗਲਾਂ ਦੇ ਵਿੱਚ ਜਾਣਾ ਪੈਣਾ, ਇਕਾਂਤ ਦੇ ਵਿੱਚ ਜਾ ਕੇ ਭਗਤੀ ਕਰਨੀ ਪੈਣੀ ਹੈ। ਗੁਰੂ ਸਾਹਿਬ ਨੇ ਇਹਨਾਂ ਵਹਿਮਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ। ਵਿਦਿਆਰਥੀਓ, ਗੁਰੂ ਜੀ ਇੱਕ ਮਹਾਨ ਸਮਾਜ ਸੁਧਾਰਕ
ਹੋਏ ਆ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਉਹਨਾਂ ਨੇ ਜਿਹੜੀਆਂ ਬੁਰਾਈਆਂ, ਬਾਲ ਵਿਆਹ ਹੋ ਗਿਆ, ਚਾਹੇ ਸਤੀ ਪ੍ਰਥਾ ਹੋ ਗਿਆ, ਚਾਹੇ ਮਨੁੱਖ ਦਾ ਮਨੁੱਖ 'ਤੇ ਕੀਤੇ ਗਏ ਜ਼ੁਲਮ ਦੀ ਗੱਲ ਹੋਵੇ, ਉਹਨਾਂ ਨੇ ਇਹਨਾਂ ਸਾਰਿਆਂ ਦਾ ਵਿਰੋਧ ਕੀਤਾ ਅਤੇ ਦਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਇਸਤਰੀ ਜਾਤੀ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਬਾਰੇ ਉਹਨਾਂ ਨੇ ਲਿਖਿਆ, ਜਿਸ ਕਰਕੇ ਉਹਨਾਂ ਨੇ ਸੰਸਾਰ ਨੂੰ ਦੱਸਿਆ ਕਿ ਸਾਰਾ ਸੰਸਾਰ ਇਸਤਰੀ ਤੋਂ ਹੀ ਪੈਦਾ ਹੋਇਆ। ਉਹਨਾਂ ਦੀਆਂ ਇਹ ਮਹਾਨ ਸਿੱਖਿਆਵਾਂ ਅਸੀਂ ਉਹਨਾਂ ਦੀ ਸਾਰੀ ਬਾਣੀ ਦੇ ਵਿੱਚ ਪੜ੍ਹ ਸਕਦੇ ਹਾਂ। ਜਪਜੀ ਸਾਹਿਬ ਆਸਾਂ ਦੀ ਵਾਰ ਹਰ ਰੋਜ਼ ਤੇ ਪੜ੍ਹੀਆਂ ਤੇ ਗਾਈਆਂ ਜਾਣ ਵਾਲੀਆਂ ਬਾਣੀਆਂ ਦੇ ਵਿੱਚ ਆ। ਤੁਸੀਂ ਸੁਬਾਹ ਵੀ ਦੇਖਦੇ ਹੋਵੋਗੇ, ਜਦੋਂ ਤੁਸੀਂ ਉੱਠਦੇ ਹੋ ਤੁਹਾਡੇ ਗੁਰਦੁਆਰਾ ਸਾਹਿਬ ਦੇ ਸਪੀਕਰ ਚੱਲਦੇ ਹੋਣਗੇ ਤੇ ਉਹ ਸਪੀਕਰ ਤੋਂ ਜਪਜੀ ਸਾਹਿਬ ਦੀ ਬਾਣੀ ਚੱਲ ਰਹੀ ਹੁੰਦੀ ਹੈ। ਜਦੋਂ ਉਸ ਸਮੇਂ ਦੇ ਵਿੱਚ ਗੁਰੂ ਜੀ ਬਾਣੀ ਉਚਾਰਦੇ ਸੀ ਤਾਂ ਉਦੋਂ ਭਾਈ ਮਰਦਾਨਾ ਪਿਆਰੇ ਵਿਦਿਆਰਥੀਓ ਰਬਾਬ ਵਜਾਉਂਦੇ ਸਨ। ਵਿਦਿਆਰਥੀਓ, ਇਸਤਰੀਆਂ ਲਈ ਯੋਗਦਾਨ। ਗੁਰੂ ਨਾਨਕ ਦੇਵ ਜੀ ਐਸੇ ਮਹਾਨ ਉਪਦੇਸ਼ਕ ਹੋਏ ਆ ਵਿਦਿਆਰਥੀਓ, ਜਿਨ੍ਹਾਂ ਦਾ ਇਸਤਰੀ ਜਾਤੀ ਨੂੰ ਉੱਪਰ ਚੱਕਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਉਸ ਸਮੇਂ ਔਰਤ ਦੀ ਦਿਸ਼ਾ ਬਹੁਤ ਮਾੜੀ ਸੀ, ਉਹਨਾਂ ਨੂੰ ਵੇਚਿਆ ਖਰੀਦਿਆ ਜਾਂਦਾ ਸੀ, ਉਹਨਾਂ 'ਤੇ ਜ਼ੁਲਮ ਕੀਤਾ ਜਾਂਦਾ ਸੀ। ਪਰ ਗੁਰੂ ਸਾਹਿਬ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹੋਏ ਕਿਹਾ ਕਿ ਇਹ ਸੰਸਾਰ ਇਸਤਰੀ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਉਹਨਾਂ ਨੇ ਮੌਕੇ ਦੇ ਸ਼ਾਸਕਾਂ, ਰਾਜਿਆਂ, ਮਹਾਰਾਜਿਆਂ ਨੂੰ ਸਮਝਾਇਆ ਕਿ ਤੁਸੀਂ ਸਾਰੇ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੋਏ। ਗੁਰੂ ਸਾਹਿਬ ਨੇ ਲਿਖਿਆ, ਭੰਡ ਜੰਮੀਏ ਭੰਡ ਨਿੰਮੀਏ, ਭੰਡੇ ਮੰਗਣ ਵਿਆਹ, ਭੰਡੈ ਹੋਵੈ ਦੋਸਤੀ, ਭੰਡੇ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ, ਭੰਡੈ ਹੋਏ ਵਿਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੀ ਰਾਜਾ। ਔਰਤ ਦੇ ਪੇਟ ਤੋਂ ਹੀ ਮਨੁੱਖ ਜੰਮਦਾ ਹੈ, ਔਰਤ ਨਾਲ ਹੀ ਉਸ ਦੀ ਦੋਸਤੀ ਹੁੰਦੀ ਹੈ, ਔਰਤ ਨਾਲ ਹੀ ਉਸ ਦਾ ਵਿਆਹ ਹੁੰਦਾ ਹੈ, ਔਰਤ ਦੇ ਨਾਲ ਹੀ ਉਹ ਜੀਵਨ ਦਾ ਪੰਧ ਤੈਅ ਕਰਦਾ ਹੈ। ਜੇ ਔਰਤ ਦੀ ਮੌਤ ਹੋ ਜਾਵੇ ਤਾਂ ਫਿਰ ਮਰਦ ਲਈ ਵਿਆਹ ਕਰਨ ਵਾਸਤੇ ਦੂਸਰੀ ਔਰਤ ਹੀ ਲੱਭੀ ਜਾਂਦੀ ਹੈ। ਪਰ ਅਸੀਂ ਉਸ ਔਰਤ ਨੂੰ ਮੰਦਾ ਕਹਿ ਰਹੇ ਹਾਂ ਜਿਸ ਨੇ ਰਾਜਿਆਂ ਨੂੰ ਜਨਮ ਦਿੱਤਾ ਹੈ। ਅਸੀਂ ਉਸ ਔਰਤ ਨੂੰ ਮੰਦਾ ਕਿਉਂ ਭੁੱਲ ਗਏ ਜਿਸ ਦੀ ਕੁੱਖੋਂ ਉਹ ਰਾਜੇ ਮਹਾਰਾਜੇ ਪੈਦਾ ਹੋਏ ਜੋ ਅੱਜ ਸ਼ਾਸਨ ਕਰ ਰਹੇ। ਤਾਂ ਦੇਖੋ ਕਿੱਡਾ ਵੱਡਾ ਉਪਦੇਸ਼ ਸੀ। ਅੱਜ ਜੇ ਔਰਤ ਮਰਦ ਦੀ ਬਰਾਬਰੀ ਸਾਡੇ ਸਮਾਜ ਵਿੱਚ ਪਾਈ ਜਾਂਦੀ ਹੈ ਤਾਂ ਇਹਦੀਆਂ ਜੜ੍ਹਾਂ ਪਿਆਰੇ ਵਿਦਿਆਰਥੀਓ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚ ਪਈਆਂ। ਸ਼ਾਇਦ ਤੁਸੀਂ ਇਹ ਸ਼ਬਦ ਇਹ ਦੇਖ ਕੇ ਤੁਸੀਂ ਹੈਰਾਨ ਹੋਵੋ ਕਿ ਗੁਰੂ ਜੀ ਇੱਕ ਕ੍ਰਾਂਤੀਕਾਰੀ ਦੇ ਰੂਪ ਵਿੱਚ, ਕ੍ਰਾਂਤੀਕਾਰੀ ਤੁਸੀਂ ਸੁਣਦੇ ਹੋਵੋਗੇ, ਤੁਸੀਂ ਕ੍ਰਾਂਤੀਕਾਰੀਆਂ ਬਾਰੇ ਲੇਖ ਪੜ੍ਹਦੇ ਹੋਵੋਗੇ। ਕ੍ਰਾਂਤੀਕਾਰੀ ਉਹ ਲੋਕ ਹੋਏ ਜਿਨ੍ਹਾਂ ਨੇ ਆਜ਼ਾਦੀ ਦੀਆਂ ਲੜਾਈਆਂ ਲੜੀਆਂ। ਹੁਣ ਸ਼ਾਇਦ ਤੁਹਾਨੂੰ ਇਹ ਲੱਗੇ ਕਿ ਗੁਰੂ ਸਾਹਿਬ ਨੇ ਕੋਈ ਆਜ਼ਾਦੀ ਦੀ ਲੜਾਈ ਤਾਂ ਲੜੀ ਨਹੀਂ, ਉਹਨੂੰ ਕ੍ਰਾਂਤੀਕਾਰੀ ਕਿਉਂ ਕਿਹਾ ਜਾਂਦਾ। ਵਿਦਿਆਰਥੀਓ, ਅਸਲ ਦੇ ਵਿੱਚ ਕ੍ਰਾਂਤੀਕਾਰੀ ਉਹ ਹੁੰਦਾ ਹੈ ਜੋ ਸਮੇਂ ਦੀ ਹਕੂਮਤ ਦੀਆਂ ਗਲਤੀਆਂ ਸਮੇਂ ਦੀ ਹਕੂਮਤ ਦੇ ਸਾਹਮਣੇ ਉਹਨਾਂ ਨੂੰ ਦੱਸੇ ਅਤੇ ਉਸ ਦਾ ਬੇਝਿਜਕ ਹੋ ਕੇ ਵਿਰੋਧ ਕਰੇ। ਆਪਾਂ ਪਹਿਲਾਂ ਗੱਲ ਕੀਤੀ ਕਿ ਇਸਤਰੀ ਦੀ ਦੁਰਦਸ਼ਾ ਬਾਰੇ ਗੁਰੂ ਸਾਹਿਬ ਨੇ ਗੱਲ ਕੀਤੀ ਅਤੇ ਉਸ ਸਮੇਂ ਬਾਬਰ ਦੀ ਹਕੂਮਤ ਸੀ, ਲੋਕਾਂ 'ਤੇ ਬਹੁਤ ਜ਼ੁਲਮ ਕੀਤੇ ਜਾਂਦੇ ਸੀ। ਤਾਂ ਗੁਰੂ ਸਾਹਿਬ ਨੇ ਬਾਬਰ ਨੂੰ ਵੰਗਾਰਿਆ, ਜਿਹੜਾ ਕਿ ਸਾਰੇ ਭਾਰਤ ਦੇ ਮਾਲਕ ਲੋਕ ਬਣੇ ਬੈਠੇ ਸੀਗੇ ਸ਼ਾਸਕ, ਇਹ ਉਹਨਾਂ ਨੂੰ ਵੰਗਾਰਿਆ ਗੁਰੂ ਸਾਹਿਬ ਨੇ ਅਤੇ ਉਹਨਾਂ ਦੇ ਜ਼ੁਲਮਾਂ ਲਈ ਰੱਬ ਨੂੰ ਵੀ ਉਲਾਂਭਾ ਦਿੱਤਾ ਕਿ ਰੱਬਾ ਜੇ ਤੂੰ ਹੈ ਤਾਂ ਦੇਖ ਅੱਜ ਤੇਰੀ ਜਨਤਾ ਦੇ ਉੱਪਰ ਕਿੰਨਾ ਜ਼ੁਲਮ ਹੋ ਰਿਹਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਤਾਂ ਗੁਰੂ ਸਾਹਿਬ ਨੇ ਕੀ ਕਿਹਾ ਉਸ ਸਮੇਂ ਦੀ ਸਥਿਤੀ ਨੂੰ ਦੇਖ ਕੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਏ ਗਲ ਵਿੱਚ ਆਵੈ ਧੂੜ। ਕਿ ਜਿਨ੍ਹਾਂ ਸਿਰਾਂ 'ਤੇ ਸੋਹਣੀਆਂ ਪੱਟੀਆਂ ਸਜਾ ਕੇ ਸੰਧੂਰ ਪਾਏ ਹੋਏ ਸੀ, ਉਹਨਾਂ ਦੇ ਜਿਹੜੇ ਸਿਰ ਆ ਉਹ ਕੈਂਚੀਆਂ ਨਾਲ ਮੁੰਨ ਦਿੱਤੇ ਗਏ ਅਤੇ ਉਹਨਾਂ ਦੇ ਗਲਾਂ ਦੇ ਵਿੱਚ, ਉਹਨਾਂ ਦੇ ਸਿਰਾਂ ਦੇ ਵਿੱਚ ਧੂੜ ਪੈ ਗਈ। ਭਾਵ ਬੇਇੱਜ਼ਤੀ ਹੋ ਗਈ, ਉਹਨਾਂ ਨੇ ਆਪਣਾ ਮਾਣ ਸਨਮਾਨ ਗਵਾ ਲਿਆ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਦੇਖੋ ਇਸ ਤਰ੍ਹਾਂ ਸਿੱਧੀਆਂ ਗੱਲਾਂ ਉਸ ਸਮੇਂ ਦੇ ਮੁਗਲ ਸ਼ਾਸਕਾਂ ਨੂੰ ਕਹਿਣੀਆਂ ਕੋਈ ਕ੍ਰਾਂਤੀਕਾਰੀ ਵਿਚਾਰਾਂ ਵਾਲਾ ਬੰਦਾ ਹੀ ਕਹਿ ਸਕਦਾ ਹੈ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਦੇਖੋ ਰੱਬ ਨੂੰ ਵੀ ਉਲਾਂਭਾ ਦਿੱਤਾ ਕਿ ਲੋਕਾਂ 'ਤੇ ਇੰਨਾ ਜ਼ੁਲਮ ਹੋਇਆ ਪਰ ਰੱਬਾ ਤੈਨੂੰ ਦਰਦ ਕਿਉਂ ਨਹੀਂ ਆਇਆ। ਦੇਖੋ ਇਹੋ ਜਿਹੀਆਂ ਗੱਲਾਂ ਫਿਰ ਜੇ ਕੋਈ ਕਰੇਗਾ ਤਾਂ ਅਸੀਂ ਉਸਨੂੰ ਕ੍ਰਾਂਤੀਕਾਰੀ ਹੀ ਕਹਾਂਗੇ।
ਵਿਦਿਆਰਥੀਓ, ਗੁਰੂ ਸਾਹਿਬ ਮਹਾਨ ਉਪਦੇਸ਼ਕ ਹੋਣ ਦੇ ਨਾਲ ਇੱਕ ਮਹਾਨ ਆਪਾਂ ਉਹਨਾਂ ਨੂੰ ਲੇਖਕ ਤੇ ਰਚਨਾਕਾਰ ਕਹਿ ਸਕਦੇ ਹਾਂ। ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਰਚੀ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਨੇ ਰੱਬ ਨੂੰ ਕਿਰਪਾਲੂ ਤੇ ਦਿਆਲੂ ਰੂਪ ਦੇ ਵਿੱਚ ਪ੍ਰਗਟ ਕੀਤਾ। ਕੁਦਰਤ ਦੀ ਸੁੰਦਰਤਾ ਦਾ ਉਹਨਾਂ ਨੇ ਗੱਲ ਕੀਤੀ। ਤੁਸੀਂ ਪੜ੍ਹਦੇ ਹੋਵੋਗੇ, ਸੁਣਦੇ ਹੋਵੋਗੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹੈ ਨਾ, ਦਿਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੈ ਮੁਖ ਉਜਲੇ ਕੀਤੀ ਛੁੱਟੀ ਨਾਲ। ਤੁਸੀਂ ਰੋਜ਼ਾਨਾ ਸੁਣਦੇ ਹੋਵੋਗੇ, ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸ਼ਬਦ ਚੱਲਦੇ ਹੋਣਗੇ। ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਜਾਪ, ਜਿਹਨੂੰ ਅਸੀਂ ਜਪਜੀ ਸਾਹਿਬ ਕਹਿ ਦਿੰਦੇ ਹਾਂ, ਸਿੱਧ ਗੋਸ਼ਟ, ਆਸਾਂ ਦੀ ਵਾਰ, ਸ਼ਬਦ, ਸਲੋਕ, ਕਾਫੀਆਂ, ਸ਼ੰਤ, ਪੌੜੀਆਂ, ਬਾਰਾਂਮਾਂ ਆਦਿ ਅਨੇਕ ਤਰ੍ਹਾਂ ਦੀ ਵਿਦਿਆਰਥੀਓ ਬਾਣੀ ਉਹਨਾਂ ਨੇ ਰਚੀ। ਤੇ ਆਪਣੀ ਬਾਣੀ ਦੀਆਂ ਐਸੀਆਂ ਤੁਕਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਕਿ ਆਮ ਕਰਕੇ ਲੋਕਾਂ ਦੇ ਮੂੰਹ ਤੇ ਚੜ੍ਹ ਗਈਆਂ, ਤੇ ਆਮ ਹੀ ਲੋਕ ਤੁਹਾਨੂੰ ਇਹ ਤੁਕਾਂ ਬੋਲਦੇ ਹੋਏ ਦਿਖਣਗੇ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ, ਸਿਉ ਕਿਆ ਰੀਸ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਈਨਾਂ ਤੁਸੀਂ ਆਮ ਹੀ ਸੁਣਦੇ ਹੋਵੋਗੇ, ਤੁਹਾਡੇ ਬਜ਼ੁਰਗ ਆਮ ਹੀ ਇਹ ਲਾਈਨਾਂ ਬੋਲਦੇ ਹੋਣਗੇ, ਕਿਉਂਕਿ ਉਹ ਲਗਾਤਾਰ ਪਾਠ ਕਰਦੇ ਹੈ। ਇਹ ਲਾਈਨਾਂ ਉਹਨਾਂ ਦੇ ਮੂੰਹ ਤੇ ਚੜ੍ਹੀਆਂ ਹਨ। ਵਿਦਿਆਰਥੀਓ, ਗੁਰੂ ਸਾਹਿਬ ਨੇ ਇਸ ਸੰਸਾਰ ਨੂੰ ਮਹਾਨ ਉਪਦੇਸ਼ ਦਿੱਤੇ। ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਉਹ ਕ੍ਰਾਂਤੀਕਾਰੀ ਦੇ ਤੌਰ 'ਤੇ ਵੀ ਜਾਣੇ ਜਾਂਦੇ ਆ। ਸਮੇਂ ਦੀਆਂ ਹਕੂਮਤਾਂ ਦਾ ਡਰ ਉਹਨਾਂ ਨੇ ਤਿਆਗ ਕੇ ਜਿਹੜੀ ਸਿੱਧੀਆਂ ਗੱਲਾਂ ਹੈ ਉਹ ਬਾਬਰ ਨੂੰ ਸੁਣਾਈਆਂ। ਬਾਬਰ ਤੋਂ ਉੱਤੇ ਉਹਨਾਂ ਨੇ ਰੱਬ ਨੂੰ ਵੀ ਜਾ ਕੇ ਉਲਾਂਭੇ ਦਿੱਤੇ। ਉਹਨਾਂ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਲੋਕਾਂ ਵਿੱਚ ਫੈਲਾਇਆ। ਉਹਨਾਂ ਨੇ ਮਨੁੱਖ ਤੇ ਮਨੁੱਖ ਦੇ ਵਿਚਕਾਰ ਧਰਮ, ਜਾਤ ਪਾਤ ਜਾਂ ਹੋਰ ਕਿਸੇ ਵੀ ਵਖਰੇਵੇਂ ਦੀ ਉਹਨਾਂ ਨੇ ਨਿਖੇਧੀ ਕੀਤੀ। ਉਹਨਾਂ ਨੇ ਸਿਖਾਇਆ ਲੋਕਾਂ ਨੂੰ ਕਿ ਸਾਰੇ ਲੋਕ ਹੀ ਬਰਾਬਰ ਹੈ। ਗੁਰੂ ਜੀ ਦੀ ਜਿੰਨੀ ਵੀ ਬਾਣੀ, ਉਹਨਾਂ ਦੀਆਂ ਸਿੱਖਿਆਵਾਂ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਦਿਆਰਥੀਓ ਦਰਜ ਹੈ, ਜੋ ਸਾਨੂੰ ਅੱਜ ਪੜ੍ਹਨ ਸੁਣਨ ਨੂੰ ਮਿਲਦੀਆਂ। ਅਤੇ ਉਹਨਾਂ ਦੀਆਂ ਜੋ ਸਿੱਖਿਆਵਾਂ ਅੱਜ ਸਾਡੀ ਅਗਵਾਈ ਕਰਦੀਆਂ ਅਤੇ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਵਾਧਾ ਕਰਦੀਆਂ। ਇਹੀ ਖਾਸੀਅਤ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਪਾਲਣਾ ਇਕੱਲੇ ਸਿੱਖ ਹੀ ਨਹੀਂ, ਸਾਰੇ ਧਰਮਾਂ ਜਾਤਾਂ ਦੇ ਲੋਕ ਕਰਦੇ ਆ, ਅਤੇ ਉਹਨਾਂ ਦਾ ਉਪਦੇਸ਼ ਅੱਜ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ। ਇਹੀ ਉਹਨਾਂ ਦੀ ਖਾਸੀਅਤ ਹੈ ਵਿਦਿਆਰਥੀਓ, ਕਿ ਗੁਰੂ ਸਾਹਿਬ ਦਾ ਜਦੋਂ ਵੀ ਗੁਰਪੁਰਬ ਆਉਂਦਾ ਹੈ ਜਾਂ ਕੋਈ ਹੋਰ ਉਹਨਾਂ ਨਾਲ ਸੰਬੰਧਿਤ ਤਿਉਹਾਰ ਆਉਂਦਾ ਹੈ ਤਾਂ ਉਹ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ, ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਇੱਕ ਵਿਸ਼ਵ ਗੁਰੂ ਦੇ ਤੌਰ 'ਤੇ ਜਾਣੇ ਜਾਂਦੇ। ਜੋ ਤੁਸੀਂ ਅਗਲੀਆਂ ਕਲਾਸਾਂ 'ਚ ਜਾਓਗੇ ਤਾਂ ਤੁਸੀਂ ਪੜ੍ਹੋਗੇ ਕਿ ਕਿੱਥੋਂ ਤੱਕ ਮੱਕੇ ਮਦੀਨੇ ਤੱਕ ਉਹਨਾਂ ਨੇ ਯਾਤਰਾਵਾਂ ਕੀਤੀਆਂ। ਸਾਡੇ ਆਸੇ ਪਾਸੇ ਦੇ ਜਿਹੜੇ ਦੇਸ਼ ਆ ਸਾਰਿਆਂ ਦੇ ਵਿੱਚ ਉਹ ਤੁਰ ਕੇ ਉਹਨਾਂ ਨੇ ਯਾਤਰਾਵਾਂ ਕੀਤੀਆਂ। ਵਿਦਿਆਰਥੀਓ, ਆਪਣੀ ਅੰਤਲੀ ਸਮੇਂ ਦੇ ਵਿੱਚ ਗੁਰੂ ਜੀ ਕਰਤਾਰਪੁਰ ਆ ਕੇ ਠਹਿਰ ਗਏ ਅਤੇ ਇੱਥੇ ਉਹਨਾਂ ਨੇ ਹੱਥੀਂ ਖੇਤੀ ਕੀਤੀ ਅਤੇ ਉਹਨਾਂ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਜਿਹੜੇ ਉਪਦੇਸ਼ ਆ ਉਹ ਲੋਕਾਂ ਨੂੰ ਦਿੱਤੇ। ਅਤੇ ਇੱਥੇ ਹੀ ਗੁਰੂ ਜੀ ਪਿਆਰੇ ਵਿਦਿਆਰਥੀਓ ਜੋਤੀ ਜੋਤ ਸਮਾ ਗਏ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਿੱਖ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ ਅਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣੇ ਗਏ, ਜਿਨ੍ਹਾਂ ਨੂੰ ਅਸੀਂ ਆਪਣੇ ਦੂਸਰੇ ਗੁਰੂ ਵੀ ਕਹਿੰਦੇ ਹਾਂ। ਵਿਦਿਆਰਥੀਓ, ਗੁਰੂ ਸਾਹਿਬ ਦੇ ਮਹਾਨ ਉਪਦੇਸ਼ਾਂ ਨੂੰ ਤੁਸੀਂ ਜ਼ਰੂਰ ਪੜ੍ਹਿਓ। ਗੁਰੂ ਸਾਹਿਬ ਬਾਰੇ ਹੋਰ ਜਾਣਕਾਰੀ ਤੁਸੀਂ ਪ੍ਰਾਪਤ ਕਰਿਓ, ਕਿਉਂਕਿ ਗੁਰੂ ਜੀ ਨੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਇਸੇ ਕਰਕੇ ਉਹ ਸਾਰੀ ਹੀ ਮਾਨਵਤਾ ਦੇ ਗੁਰੂ ਦੇ ਤੌਰ 'ਤੇ ਜਾਣੇ ਜਾਂਦੇ ਹੈ। ਉਹਨਾਂ ਦਾ ਮਾਣ ਸਤਿਕਾਰ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਅੱਜ ਦਾ ਲੇਖ ਸ੍ਰੀ ਗੁਰੂ ਨਾਨਕ ਦੇਵ ਜੀ। ਉਮੀਦ ਹੈ ਤੁਸੀਂ ਅੱਜ ਦੀ ਵਿਚਾਰ ਚਰਚਾ ਤੋਂ ਪੂਰਾ ਲਾਭ ਉਠਾਓਗੇ ਅਤੇ ਇਹ ਵੀ ਮੈਂ ਉਮੀਦ ਕਰਦਾ ਕਿ ਤੁਸੀਂ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਵੀ ਇੱਕ ਵਧੀਆ ਲੇਖ ਲਿਖਣ ਦੇ ਯੋਗ ਹੋਏ ਹੋਵੋਗੇ। ਸ਼ੁਰੂ ਵਿੱਚ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਲੇਖਾਂ ਦੀ ਰਚਨਾ ਕਰਨੀ ਹੈ, ਕਿਉਂਕਿ ਵਿਸ਼ੇ ਦੇ ਨਾਲ ਨਾਲ ਗਿਆਨ ਦੇ ਪ੍ਰਾਪਤ ਕਰਨ ਦੇ ਨਾਲ ਨਾਲ ਤੁਸੀਂ ਪ੍ਰੀਖਿਆ 'ਚ ਵਧੀਆ ਨੰਬਰ ਵੀ ਲੈ ਸਕੋ। ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।